ਸਤਿ ਸ਼੍ਰੀ ਅਕਾਲ एवरीवन, ਵੈਲਕਮ ਟੂ ਮਾਈ ਚੈਨਲ। ਅੱਜ ਆਪਾਂ ਗੱਲ ਇਹ ਕਰਨੀ ਆ ਕਿ ਸੁਸਾਇਟੀ ਦੇ ਵਿੱਚ ਬੇਸਿਕਲੀ ਦੋ ਮੇਜਰ ਟਾਈਪਸ ਨੇ ਲੋਕਾਂ ਦੀਆਂ। ਇੱਕ ਉਹ ਜਿਹੜੇ ਬਹੁਤ ਜ਼ਿਆਦਾ ਭੋਲੇ ਨੇ, ਬਹੁਤ ਜ਼ਿਆਦਾ ਚੰਗੇ ਨੇ, ਦੂਜਿਆਂ ਦਾ ਦੁੱਖ ਫੀਲ ਕਰਕੇ ਦੁਖੀ ਹੁੰਦੇ ਨੇ, ਦੂਜਿਆਂ ਨੂੰ ਰੋਂਦੇ ਵੇਖ ਕੇ ਰੋਂਦੇ ਨੇ, ਕਦੇ ਝੂਠ ਨਹੀਂ ਬੋਲਦੇ, ਬਹੁਤ ਹੀ ਇਮਾਨਦਾਰ ਨੇ, ਆਪਣਾ ਕੰਮ ਛੱਡ ਕੇ ਦੂਜੇ ਦੀ ਹੈਲਪ ਕਰਦੇ ਆ। ਇਹਨਾਂ ਨੂੰ ਅਸੀਂ ਕਹਿੰਦੇ ਆ ਐਂਪਥਸ। ਅਤੇ ਇੱਕ ਦੂਜੀ ਕੈਟੇਗਰੀ ਹੈ ਜਿਹੜੇ ਬਹੁਤ ਸਮਾਰਟ ਨੇ, ਬਲੇਮ ਗੇਮ ਖੇਡਣਾ ਜਾਣਦੇ ਆ, ਦੂਜਿਆਂ ਨੂੰ ਯੂਜ਼ ਕਰਨਾ ਜਾਣਦੇ ਆ, ਆਪਣਾ ਕੰਮ ਕਢਾਉਣਾ ਜਾਣਦੇ ਆ, ਬਹੁਤ ਐਕਟਿਵ ਨੇ, ਬਹੁਤ ਚਾਰਮਿੰਗ ਨੇ, ਬਹੁਤ ਪੋਲਾਈਟ ਵੀ ਹੋ ਜਾਂਦੇ ਆ, ਉਹ ਬਹੁਤ ਐਗਰੈਸਿਵ ਵੀ ਹੋ ਜਾਂਦੇ ਆ, ਅਤੇ ਉਹਨਾਂ ਨੂੰ ਉਹ ਹਰ ਤਰੀਕੇ ਨਾਲ ਵਿਟੀ ਨੇ, ਸਮਾਰਟ ਨੇ, ਅਤੇ ਉਹ ਜਾਣਦੇ ਆ ਕਿ ਕਿੱਦਾਂ ਬਿਹੇਵ ਕਰਨਾ। ਇਸ ਟਾਈਪ ਨੂੰ ਅਸੀਂ ਕਹਿੰਦੇ ਹਾਂ ਮੈਨੀਪੂਲੇਟਿਵ ਜਾਂ ਨਾਰਸਿਸਿਸਟਿਕ ਟਾਈਪ ਆਫ ਲੋਕੀ। ਹੁਣ ਭੋਲੇ ਹੋਣਾ, ਬਹੁਤ ਚੰਗੇ ਹੋਣਾ ਕੋਈ ਗੁਨਾਹ ਨਹੀਂ ਹੈਗਾ, ਪਰ ਜੇ ਤੁਸੀਂ ਬਹੁਤ ਭੋਲੇ ਹੋ ਅਤੇ ਤੁਹਾਡਾ ਲੋਕੀ ਅਨਡਿਊ ਐਡਵਾਂਟੇਜ ਲੈ ਲੈਂਦੇ ਆ, ਤੁਹਾਨੂੰ ਬਾਰ ਤੁਸੀਂ ਆਪਣੀ ਵਰਕ ਪਲੇਸ 'ਤੇ ਵੀ ਐਵੇਂ ਅਨਨੈਸੈਸਰਲੀ ਫਸ ਜਾਂਦੇ ਹੋ, ਤਾਂ ਫਿਰ ਇਹ ਡੈਫੀਨੇਟਲੀ ਮਾੜੀ ਗੱਲ ਆ। ਇਹ ਜਿਹਾ ਕੀ ਕੀਤਾ ਜਾ ਸਕਦਾ ਕਿ ਜਿਹੜੇ ਇਹ ਐਕਸਟਰਾ ਭੋਲੇ, ਐਕਸਟਰਾ ਸੈਂਸਿਟਿਵ ਲੋਕੀ ਨੇ, ਇਹ ਮਤਲਬ ਬਿਨਾਂ ਦੂਜੇ ਦੇ ਟਰੈਪ ਦੇ ਵਿੱਚ ਆਏ ਵਧੀਆ ਤਰ੍ਹਾਂ ਜੀਣ। ਤਾਂ ਪਹਿਲੀ ਗੱਲ ਇਹ ਬੜੀ ਜ਼ਰੂਰੀ ਹੈਗੀ ਆ ਕਿ ਆਈਡੈਂਟੀਫਿਕੇਸ਼ਨ ਹੋਣੀ ਬੜੀ ਜ਼ਰੂਰੀ ਆ, ਕਿ ਸਾਨੂੰ ਪਤਾ ਹੋਵੇ ਕਿ ਹਾਂ ਉਹ ਫਲਾਣਾ ਪਰਸਨ ਥੋੜ੍ਹਾ ਫੇਕ ਆ, ਮੈਂ ਉਹ ਤੋਂ ਬਚ ਕੇ ਰਹਿਣਾ ਹੈਗਾ। ਹੁਣ ਫੇਕ ਲੋਕਾਂ ਦੀ ਜਾਂ ਟੌਕਸਿਕ ਲੋਕਾਂ ਦੀ ਪਛਾਣ ਕਿੱਦਾਂ ਕੀਤੀ ਜਾ ਸਕਦੀ ਹੈ ਕਿ ਹਾਂ ਦੀਜ਼ ਆਰ ਲਿਟਲ ਫੇਕ ਬੰਚ ਆਫ ਪੀਪਲ, ਅਤੇ ਮੈਂ ਇਹਨਾਂ ਤੋਂ ਥੋੜ੍ਹਾ ਜਿਹਾ ਬਚ ਕੇ ਰਹਿਣਾ ਹੈਗਾ। ਨਾ ਓਬਵੀਅਸਲੀ ਅਸੀਂ ਕਿਸੇ ਨੂੰ ਚੇਂਜ ਨਹੀਂ ਕਰਨਾ, ਨਾ ਅਸੀਂ ਚੇਂਜ ਕਿਸੇ ਨੂੰ ਕਰ ਸਕਦੇ ਹਾਂ, ਪਰ ਅਸੀਂ ਖੁਦ ਇਸ ਢੰਗ ਨਾਲ ਜੀਣਾ ਆ, ਜਾਂ ਸ਼ਾਇਦ ਕੋਕੋਨਟ ਬਣ ਕੇ ਅਸੀਂ ਜੀਣਾ ਆ ਕਿ ਸਾਨੂੰ ਕੋਈ ਐਵੇਂ ਹੀ ਮਿੱਧ ਕੇ ਵੀ ਨਾ ਚਲਾ ਜਾਵੇ, ਅਤੇ ਅਸੀਂ ਖੁੱਲ੍ਹ ਕੇ ਜਿਸ ਢੰਗ ਨਾਲ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਆ, ਅਸੀਂ ਆਪਣੀ ਜ਼ਿੰਦਗੀ ਨਾਈਸਲੀ ਜੀਏ। ਜਿਸ ਪਰਪਜ਼ ਲਈ ਉਹਨੇ ਪਰਮਾਤਮਾ ਨੇ ਸਾਨੂੰ ਭੇਜਿਆ, ਉਹ ਪਰਪਜ਼ ਨੂੰ ਫੁੱਲੀ ਜਿਉਈਏ, ਆਪਣਾ ਕੰਮ ਢੰਗ ਨਾਲ ਕਰੀਏ। ਤਾਂ ਸਪੋਟਿੰਗ ਕਿੱਦਾਂ ਕੀਤੀ ਜਾਵੇ ਜਿਹੜੇ ਥੋੜ੍ਹੇ ਜਿਹੇ ਫੇਕ ਲੋਕੀ ਨੇ? ਨੰਬਰ 1, ਜਨਰਲੀ ਅਗਰ ਤੁਹਾਨੂੰ ਕੁਛ ਲੋਕੀ ਲੱਗ ਰਹੇ ਨੇ ਡਬਲ ਸਟੈਂਡਰਡਸ ਵਾਲੇ, ਉਹਨਾਂ ਦੀ ਗੱਲ ਅਤੇ ਉਹਨਾਂ ਦੇ ਬਿਹੇਵੀਅਰ ਆਪਸ 'ਚ ਮੇਲ ਨਹੀਂ ਖਾ ਰਿਹਾ, ਉਹ ਕਹਿ ਕੁਛ ਹੋਰ ਰਹੇ ਨੇ ਅਤੇ ਉਹ ਬਣਦੇ ਕੁਛ ਹੋਰ ਨੇ, ਦੈਟ ਮੀਨਸ ਇਹ ਥੋੜ੍ਹਾ ਤੁਹਾਨੂੰ ਬਚ ਕੇ ਰਹਿਣ ਦੀ ਲੋੜ ਹੈਗੀ ਆ। ਨੰਬਰ 2, ਅਕਸਰ ਝੂਠ ਬੋਲ ਜਾਣਾ ਕਿਸੇ ਦੇ ਸਾਹਮਣੇ। ਜਦੋਂ ਤੁਹਾਨੂੰ ਆਫਿਸ ਪਲੇਸ 'ਚ ਜਾਂ ਕਿਤੇ ਹੋਰ ਪੁੱਛਿਆ ਗਿਆ, ਅੱਛਾ ਤੂੰ ਇੱਦਾਂ ਕਿਹਾ ਸੀ, ਅਕਸਰ ਮੁੱਕਰ ਜਾਣਾ, ਬੈਕ ਕਰ ਜਾਣਾ ਕਿ ਨਾ ਮੈਂ ਤਾਂ ਇਹ ਗੱਲ ਕਹੀ ਨਹੀਂ। ਦੈਨ ਅਕਸਰ ਇਮੋਸ਼ਨਲ ਕਰਕੇ ਆਪਣਾ ਕੰਮ ਕਢਾ ਲੈਣਾ, ਯਾਰ ਤੈਨੂੰ ਤਾਂ ਪਤਾ ਹੀ ਆ ਮੇਰਾ ਬੜਾ ਮੰਦਾ ਹਾਲ ਆ, ਤੂੰ ਥੋੜ੍ਹੇ ਦੇ ਹੀ ਦੇ ਪੈਸੇ, ਇੱਦਾਂ ਕਰਕੇ। ਐਂਡ ਲਾਸਟ ਬਟ ਨਾਟ ਦ ਲੀਸਟ, ਅਕਸਰ ਤੁਹਾਡੇ 'ਤੇ ਬਲੇਮ ਸਿੱਟਣਾ ਅਨਨੈਸੈਸਰਲੀ। ਤਾਂ ਅਗਰ ਜੇ ਕੁਛ ਲੋਕੀ, ਬੰਚ ਆਫ ਲੋਕੀ ਇੱਦਾਂ ਕਰ ਰਹੇ ਆ, ਤਾਂ ਆਪਣੇ ਮਨ ਦੇ ਵਿੱਚ ਤੁਹਾਨੂੰ ਇਹ ਜ਼ਰੂਰ ਚੀਜ਼ ਰੱਖਣੀ ਚਾਹੀਦੀ ਆ ਵੀ ਹਾਂ ਮੈਂ ਇਹ ਪਰਸਨ ਤੋਂ ਥੋੜ੍ਹਾ ਬਚ ਕੇ ਰਹਿਣਾ। ਅਸੀਂ ਸਾਰਿਆਂ ਨੇ ਸਪੈਸ਼ਲੀ ਨਾ ਬਹੁਤ ਸਾਰੇ ਕੋਟਸ ਆਉਂਦੇ ਆ ਜਿਨ੍ਹਾਂ 'ਤੇ ਹਰ ਸਿਚੁਏਸ਼ਨ 'ਚ ਆਪਾਂ ਅਮਲ ਨਹੀਂ ਕਰ ਸਕਦੇ ਹੈਗੇ। ਜਿੱਦਾਂ ਇੱਕ ਕੋਟ ਹੈਗਾ ਆ, ਯੂ ਕੈਨੋਟ ਬੀ ਜਜਮੈਂਟਲ, ਇਫ ਯੂ ਆਰ ਵੈਰੀ ਜਜਮੈਂਟਲ ਯੂ ਕੈਨੋਟ ਲਵ ਪੀਪਲ। ਦਿਸ ਇਜ਼ ਐਬਸੋਲਿਊਟਲੀ ਰੋਂਗ। ਅਸੀਂ ਡੈਫੀਨੇਟਲੀ ਇਹ ਮੰਨਦੇ ਹਾਂ ਕਿ ਲੋਕ ਮਾੜੇ ਨਹੀਂ ਹੁੰਦੇ, ਆਦਤਾਂ ਮਾੜੀਆਂ ਹੁੰਦੀਆਂ ਨੇ, ਪਰ ਆਦਤਾਂ ਮਾੜੀਆਂ ਦੀ ਪਛਾਣ ਹੋਣੀ ਜ਼ਰੂਰੀ ਆ ਤਾਂ ਕਿ ਸਾਨੂੰ ਕੋਈ ਮਿਸਯੂਜ਼ ਨਾ ਕਰ ਜਾਵੇ। ਸੋ ਬੀਇੰਗ ਜਜਮੈਂਟਲ, ਥੋੜ੍ਹਾ ਜਜਮੈਂਟਲ ਹੋਣਾ ਸਾਨੂੰ ਸਾਡੇ ਲਈ ਚਾਹੀਦਾ ਆ ਤਾਂ ਕਿ ਅਸੀਂ ਬੇਵਕੂਫ ਨਾ ਬਣੀਏ। ਨਾਓ ਵਾਟ ਇਜ਼ ਦ ਵੇ ਕਿ ਜੇ ਤੁਹਾਡਾ ਸੁਭਾਅ ਹੀ ਹੈਗਾ ਇੱਦਾਂ ਦਾ ਕਿ ਤੁਸੀਂ ਬੇਹੱਦ ਮਤਲਬ ਤੁਸੀਂ ਉਸ ਸੁਭਾਅ ਤੋਂ ਬਾਹਰ ਆ ਕੇ ਨਹੀਂ ਕੰਮ ਕਰ ਸਕਦੇ, ਤਾਂ ਹੋਰ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਕੀ ਕਰ ਸਕਦੇ ਹੋ? ਪ੍ਰੋਟੈਕਟ ਕਰਨ ਲਈ ਪਹਿਲਾ ਕੰਮ ਟੂ ਸੇ ਨੋ। ਤੁਸੀਂ ਯਕੀਨ ਮੰਨੋ, ਤੁਸੀਂ ਅਗਰ ਬਹੁਤ ਸੈਂਸਿਟਿਵ ਹੈਗੇ ਹੋ ਅਤੇ ਜਿਹੜੇ ਤੁਹਾਡੇ ਆਲੇ ਦੁਆਲੇ ਲੋਕੀ ਹੈਗੇ ਨੇ, ਤੁਹਾਡੇ ਫਰੈਂਡਸ, ਉਹਨਾਂ ਨੂੰ ਤੁਹਾਡੀ ਇਸ ਕਮੀ ਦਾ ਪਤਾ ਆ, ਉਹ ਇਹ ਜਾਣਦੇ ਨੇ ਕਿ ਤੁਸੀਂ ਨਾ ਨਹੀਂ ਕਹਿ ਸਕਦੇ, ਤਾਂ ਹੀ ਉਹ ਅਕਸਰ ਤੁਹਾਡੇ ਉੱਤੇ ਕੋਈ ਇਹੋ ਜਿਹਾ ਕੰਮ ਡਰੋਪ ਕਰ ਦਿੰਦੇ ਨੇ ਅਤੇ ਤੁਸੀਂ ਸੁਭਾਅ ਵਜੋਂ ਨਾ ਕਹਿੰਦੇ ਨਹੀਂ, ਅਤੇ ਬੜਾ ਔਖਾ ਹੋ ਕੇ ਤੁਸੀਂ ਉਹ ਕੰਮ ਨੂੰ ਕੰਪਲੀਟ ਕਰਦੇ ਹੈਗੇ ਹੋ। ਇਸ ਕਰਕੇ ਆਦਤ ਪਾਓ ਆਪਣੇ ਆਪ ਨੂੰ ਪ੍ਰਾਇਰਟਾਈਜ਼ ਕਰਨ ਦੀ। ਹੁਣ ਇਹ ਆਦਤ ਕਿੱਦਾਂ ਪਵੇ? ਇਹ ਤਾਂ ਆਦਤ ਜਿਹਨੂੰ ਆਦਤ ਹੀ ਨਹੀਂ ਹੈਗੀ ਉਹ ਬੰਦਾ ਇਹ ਗੱਲ ਕਿੱਦਾਂ ਕਵੇ? ਤਾਂ ਇਹ ਆਦਤ ਇਸ ਸੋਚ 'ਤੇ ਆ ਸਕਦੀ ਹੈਗੀ ਆ ਕਿ ਇੱਕ ਦਿਨ ਆਪਾਂ ਸਾਰਿਆਂ ਨੇ ਮਰਨਾ। ਲਿਮਿਟਿਡ ਬ੍ਰੈਥਸ ਨੇ ਆਪਣੇ ਕੋਲ, ਲਿਮਿਟਿਡ ਦਾਣੇ ਨੇ ਪਰਮਾਤਮਾ ਨੇ ਜਿਹੜੇ ਸਾਡੇ ਭਾਗਾਂ ਦੇ ਵਿੱਚ ਲਿਖੇ ਆ, ਅਤੇ ਸਾਰਾ ਕੁਝ ਸਾਡਾ ਲਿਮਿਟਿਡ ਆ, ਲਿਮਿਟਿਡ ਟਾਈਮ ਆ, ਅਤੇ ਫਿਰ ਕਿਉਂ ਕਿਸੇ ਦੀ ਅਧੀਨਗੀ 'ਚ ਜੀਣਾ? ਫਿਰ ਕਿਉਂ ਕਿਸੇ ਦੇ ਟਰੈਪ 'ਚ ਆਉਣਾ? ਕਿਉਂ ਨਾ ਟੌਰ ਨਾ ਜੀਣਾ? ਕਿਉਂ ਨਾ ਬਿੰਦਾਸ ਤਰੀਕੇ ਨਾਲ ਜੀਣਾ, ਜਿੱਥੇ ਤੁਸੀਂ ਆਪਣਾ ਕੰਮ ਖੁੱਲ੍ਹ ਕੇ ਕਰੋ, ਆਪਣੇ ਆਪ ਨੂੰ ਐਕਸਪ੍ਰੈਸ ਖੁੱਲ੍ਹ ਕੇ ਕਰੋ। ਸੋ ਵਾਟ ਇਜ਼ ਨੀਡਡ? ਤੁਹਾਨੂੰ
ਟਾਈਮ ਸਿਰ ਨਾ ਕਹਿਣੀ ਵੀ ਹਾਂ ਸੌਰੀ ਇਹ ਕੰਮ ਮੇਰੇ ਤੋਂ ਨਹੀਂ ਹੋਣਾ, ਇਹ ਮੇਰੇ ਵੱਸੋਂ ਬਾਹਰ ਆ, ਜਾਂ ਨਹੀਂ ਆ ਮੈਂ ਨਹੀਂ, ਸੌਰੀ ਇਹ ਨਹੀਂ ਮੈਂ ਕਰ ਸਕਦੀ, ਤੁਹਾਡੇ ਤੋਂ ਪੈਸੇ ਮੰਗੇ ਗਏ, ਤੁਹਾਡਾ ਵਹੀਕਲ 2 ਮਿੰਟ ਲਈ ਦੇ ਦੇ, ਇੱਦਾਂ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਇਹ ਬੰਦੇ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ, ਕੁਝ ਹੋ ਸਕਦਾ ਹੈ, ਨੋ, ਸਟ੍ਰੇਟ ਵੇ ਨੋ। ਕੋਈ ਨਾ ਅਗਲਾ ਜਿੱਥੇ ਫੀਲ ਕਰਦਾ ਜੋ, ਪਰ ਨੂੰ ਅਗਲਾ 50% ਲੈ ਕੇ ਹੀ ਚੱਲਿਆ ਹੁੰਦਾ ਕਿ ਹੋ ਸਕਦਾ ਮੈਨੂੰ ਨਾ ਹੋ ਜਾਏ, ਤਾਂ ਉਹਦੇ ਲਈ ਇੰਨਾ ਤਕੜਾ ਨਾ ਬਲੋ ਨਹੀਂ ਹੁੰਦਾ ਕਿ ਹੈ ਉਹਨੇ ਮੈਨੂੰ ਨਾ ਕਹਿਤੀ। ਨੰਬਰ 2, ਟੈਲ ਦੈਟ ਪਰਸਨ। ਅਕਸਰ ਕੀ ਹੁੰਦਾ ਤੁਹਾਡੇ ਨਾਲ ਉਸ ਤਰੀਕੇ ਦਾ ਬਿਹੇਵੀਅਰ ਲੋਕ ਕਰਨਗੇ ਜਿੱਥੋਂ ਤੱਕ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਅਤੇ ਲੋਕ ਤੁਹਾਨੂੰ ਤੁਹਾਡੇ ਨਾਲੋਂ ਵੱਧ ਜਾਣਦੇ ਆ ਕਿ ਇਹਦੀ ਲਿਮਿਟ ਕੀ ਹੈਗੀ ਆ। ਸੋ ਅਗਰ ਤੁਸੀਂ ਬਹੁਤ ਚੰਗੇ ਹੋ, ਤੁਸੀਂ ਬਹੁਤ ਭੋਲੇ ਹੋ, ਪੋਲਾਈਟ ਗੱਲ ਬੋਲਣਾ ਤੁਹਾਡੀ ਆਦਤ ਹੈਗੀ ਆ, ਅਤੇ ਕੋਈ ਤੁਹਾਡੇ ਨਾਲ ਤੁਹਾਡੇ ਫਰੈਂਡਸ ਦੇ ਗਰੁੱਪ 'ਚੋਂ ਕੋਈ ਮਿਸਬਿਹੇਵ ਕਰਦਾ, ਸਟ੍ਰੇਟ ਵੇ ਭਾਵੇਂ ਆਪਣੇ ਪਿਆਰ ਵਾਲੀ ਟੋਨ ਦੇ ਵਿੱਚ, ਪਰ ਉਹਨੂੰ ਦੱਸ ਦੇਣਾ ਜ਼ਰੂਰੀ ਹੈਗਾ ਕਿ ਆਹ ਗੱਲ ਇੱਦਾਂ ਨਹੀਂ ਹੋਣੀ ਚਾਹੀਦੀ ਸੀ, ਮੈਨੂੰ ਇਹ ਬਿਹੇਵੀਅਰ ਪਸੰਦ ਨਹੀਂ ਆਇਆ, ਨੈਕਸਟ ਟਾਈਮ ਤੋਂ ਮੇਰੇ ਨਾਲ ਇਹ ਗੱਲ ਇੱਦਾਂ ਗੱਲ ਨਹੀਂ ਕਰਨੀ ਹੈਗੀ। ਨੰਬਰ 3, ਬਹੁਤ ਸਾਰੇ ਭੋਲੇ ਲੋਕਾਂ ਨੂੰ ਫਸਾਉਣ ਦਾ ਇੱਕ ਸਿੰਪਲ ਜਿਹਾ ਜਿਹੜਾ ਲੋਕਾਂ ਨੇ ਢੰਗ ਕੱਢਿਆ ਉਹ ਇਹ ਹੈਗਾ ਆ, ਆਪਣਾ ਦੁੱਖ ਦੱਸ ਕੇ ਅਗਲੇ ਨੂੰ ਇਮੋਸ਼ਨਲ ਕਰਕੇ ਰਵਾ ਦਿਓ ਅਤੇ ਫਿਰ ਜਿਹੜਾ ਮਰਜ਼ੀ ਕੰਮ ਕਢਾ ਲਓ। ਕਦੇ ਵੀ ਕਿਸੇ ਦਾ ਦੁੱਖ ਸੁਣ ਕੇ ਕੈਰਿਡ ਅਵੇ ਨਹੀਂ ਹੋਣਾ। ਹਮੇਸ਼ਾ ਇੱਕ ਗੱਲ ਯਾਦ ਰੱਖਣੀ ਆ, ਤੁਸੀਂ ਜਿੱਥੇ ਵੀ ਦੁੱਖ ਦੇਖ ਰਹੇ ਹੋ ਇਸ ਦੁਨੀਆ ਦੇ ਵਿੱਚ, ਪਰਮਾਤਮਾ ਉਹ ਪਰਸਨ ਨਾ ਉਨੀ ਤਕੜੀ ਬੈਕ ਲਾ ਕੇ ਖੜਾ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਹੈਲਪ ਨਹੀਂ ਕਰਨੀ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਉਹ ਲੋਕਾਂ ਲਈ ਸਿੰਪਥੀ ਨਾ ਰੱਖੋ, ਪਰ ਉਹ ਉਸ ਚੀਜ਼ ਦੀ ਆੜ ਦੇ ਵਿੱਚ ਆ ਕੇ ਕੋਈ ਤੁਹਾਨੂੰ ਇਮੋਸ਼ਨਲੀ ਮਿਸਯੂਜ਼ ਨਾ ਕਰ ਲਵੇ। ਕੋਈ ਤੁਹਾਨੂੰ ਇਹ ਕਹਿ ਦੇਵੇ ਵੀ ਤੈਨੂੰ ਪਤਾ ਆ ਕਿ ਮੇਰੇ ਉੱਥੇ ਇੱਦਾਂ ਚੱਲ ਰਿਹਾ ਆ, ਬੜੀ ਆ ਉਹ ਫਲਾਣਾ ਬੜਾ ਬਿਮਾਰ ਰਹਿੰਦਾ, ਮੇਰੇ ਤੋਂ ਤਾਂ ਕੁਛ ਹੁੰਦਾ ਹੀ ਨਹੀਂ, ਤੂੰ ਐਂ ਕਰ, ਅਸਾਈਨਮੈਂਟ ਮੇਰੀ ਤੂੰ ਕਰ ਦੇ। ਨੋ, ਤੁਸੀਂ ਅਗਲੇ ਦਾ ਕੰਮ ਕੱਢਣ ਵਾਸਤੇ ਆਪਣੀ ਫੈਮਿਲੀ ਲਾਈਫ ਡਿਸਟਰਬ ਕਰਕੇ, ਆਪਣੇ ਘਰਦਿਆਂ ਨੂੰ ਦੁੱਖ ਦੇ ਕੇ ਅਗਲੇ ਦਾ ਕੰਮ ਕਰ ਰਹੇ ਹੋ, ਇਹ ਕਿੱਥੋਂ ਦਾ ਇਨਸਾਫ ਆ? ਖੁਦ ਨੂੰ ਟਰਬਲ 'ਚ ਪਾ ਕੇ ਆਪਣਾ ਪਾਠ ਦਾ ਟਾਈਮ ਛੱਡ ਕੇ ਤੁਸੀਂ ਅਗਲੇ ਲਈ ਕੰਮ ਕਰ ਰਹੇ ਹੋ, ਇਹ ਕਿੱਥੋਂ ਦਾ ਇਨਸਾਫ ਆ? ਨਹੀਂ, ਜੋ ਤੁਹਾਡੇ ਵੱਸੋਂ ਬਾਹਰ ਆ ਉਹਦੇ ਲਈ ਤੁਸੀਂ ਨਾ ਕਹਿਣੀ ਆ, ਨਹੀਂ ਇਮੋਸ਼ਨਲੀ ਕੈਰਿਡ ਅਵੇ ਹੋਣਾ। ਨੰਬਰ 4, ਸੈਲਫ ਲਵ, ਸੈਲਫ ਐਸਟੀਮ। ਜਿਹੜੇ ਲੋਕ ਭੋਲੇ ਹੁੰਦੇ ਆ ਉਹ ਅਕਸਰ ਇਹ ਚੀਜ਼ ਲੈ ਕੇ ਚੱਲਦੇ ਆ, ਹੋ ਸਕਦਾ ਦੂਜਾ ਬੰਦਾ ਸਹੀ ਕਹਿ ਰਿਹਾ ਹੋਵੇ, ਮੈਂ ਗਲਤ ਹੋਵਾਂ, ਉਹ ਅਕਸਰ ਇਹੀ ਜ਼ਿਆਦਾ ਲੈ ਕੇ ਚੱਲਦੇ ਆ ਕਿ ਦੂਜਾ ਹੀ ਸਹੀ ਕਹਿ ਰਿਹਾ। ਸੋ ਅਗਰ ਮੰਨ ਲਓ ਤੁਸੀਂ ਕੋਈ ਕੰਮ ਕਰ ਰਹੇ ਹੋ, ਕੋਈ ਤੁਹਾਨੂੰ ਆ ਕੇ ਕਹਿੰਦਾ ਲੈ ਕੋਈ ਕੰਮਾਂ 'ਚੋਂ ਕੰਮ ਆ ਕੀ ਕਰੀ ਜਾਂਦੀ ਆ, ਨਾ, ਆਪਣੇ ਆਪ 'ਤੇ ਇੰਨਾ ਕੁ ਭਰੋਸਾ ਰੱਖੋ ਕਿ ਜੋ ਤੁਸੀਂ ਕਰ ਰਹੇ ਹੋ ਉਹ ਜ਼ਰੂਰੀ ਆ, ਜੋ ਤੁਸੀਂ ਕਰ ਰਹੇ ਹੋ ਜ਼ਰੂਰੀ ਆ। ਆਪਣੀ ਸੈਲਫ ਰਿਸਪੈਕਟ ਹੋਣੀ, ਆਪਣੇ ਖੁਦ ਲਈ ਪਿਆਰ ਹੋਣਾ ਜ਼ਰੂਰੀ ਆ। ਅਕਸਰ ਭੋਲੇ ਲੋਕੀ ਇੰਨੇ ਕੰਮਾਂ ਦਾ ਬੋਝ ਆਪਣੇ ਮੋਢਿਆਂ 'ਤੇ ਲੈ ਕੇ ਚੱਲਦੇ ਆ ਕਿ ਜੋ ਉਹਨਾਂ ਨੂੰ ਖੁਦ ਲਈ ਕਰਨਾ ਚਾਹੀਦਾ ਉਹ ਕਰਦੇ ਹੀ ਨਹੀਂ ਹੈਗੇ, ਉਹ ਦੂਜਿਆਂ ਦਾ ਹੀ ਭਾਰ ਢੋਂਦੇ ਰਹਿੰਦੇ ਆ। ਤੁਹਾਨੂੰ 100 ਕੰਮ ਕਿਸੇ ਨੇ ਕਹੇ ਨੇ, 100 ਕੰਮ ਕਿਸੇ ਨੇ ਕਹੇ ਹੋ ਸਕਦੇ ਆ, ਕੀ ਤੁਸੀਂ ਉਹ ਕੰਮ ਕਰਨ ਦੀ ਆੜ ਦੇ ਵਿੱਚ ਆਪਣੀ ਪਰਸਨਲ ਚੀਜ਼ਾਂ ਜਿਹੜੀਆਂ ਤੁਸੀਂ ਕਰਨੀਆਂ ਉਹ ਛੱਡ ਦੋਗੇ? ਰੋਟੀ ਨਹੀਂ ਤਿਆਗਣੀ ਤੁਸੀਂ, ਉਹ ਰੋਟੀ ਉਹ ਜਿਹਦੇ ਸਿਰ 'ਤੇ ਤੁਸੀਂ ਜੀਂਦੇ ਹੋ ਉਹ ਨਹੀਂ ਤੁਸੀਂ ਕਿਸੇ ਲਈ ਤਿਆਗਣੀ। ਆਪਣਾ ਪਰਸਨਲ ਟਾਈਮ ਨਹੀਂ ਦੇਣਾ, ਜਿਹੜਾ ਟਾਈਮ ਤੁਹਾਡਾ ਵੇਲ ਦਾ ਉਹਦੇ ਵਿੱਚ ਤੁਹਾਨੂੰ ਕੋਈ ਕੰਮ ਕਰਨ ਲਈ ਕਹਿ ਰਿਹਾ, ਹੋ ਸਕਦਾ ਤੁਹਾਨੂੰ ਸਾਰਾ ਦਿਨ ਨਾ ਟਾਈਮ ਮਿਲੇ ਵੇਲ ਸੌਣ ਲਈ, ਰੈਸਟ ਕਰਨ ਲਈ, ਪਰ ਤੁਹਾਡਾ ਉਹ ਟਾਈਮ ਵੀ ਕਿਸੇ ਨੇ ਮੰਗ ਲਿਆ ਹੈਗਾ ਆ, ਤੁਸੀਂ ਉਹ ਟਾਈਮ ਨਹੀਂ ਦੇਣਾ, ਕਿਉਂਕਿ ਉਹ ਤੁਹਾਡਾ ਖੁਦ ਨੂੰ ਪਿਆਰ ਕਰਨ ਦਾ, ਖੁਦ ਨੂੰ ਰਿਸਪੈਕਟ ਦੇਣ ਦਾ ਟਾਈਮ ਹੈਗਾ ਆ। ਇਸ ਕਰਕੇ ਸੈਲਫ ਐਸਟੀਮ, ਖੁਦ 'ਤੇ ਭਰੋਸਾ, ਮੈਂ ਜੋ ਕਰ ਰਹੀ ਹਾਂ ਉਹ ਮੈਂ ਠੀਕ ਕਰ ਰਹੀ ਹਾਂ, ਆਪਣੀਆਂ ਨੀਡਸ ਨੂੰ ਮੂਹਰੇ ਰੱਖਣਾ ਆ, ਆਪਣੀਆਂ ਬਾਊਂਡਰੀਜ਼ ਸੈੱਟ ਕਰਨੀਆਂ ਨੇ। ਜੇ ਇੱਕ ਸੈਂਸਿਟਿਵ ਪਰਸਨ ਇਹ ਕੰਮਾਂ ਨੂੰ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਬਹੁਤ ਹੱਦ ਤੱਕ ਆਪਣੇ ਆਪ ਨੂੰ ਬਚਾ ਸਕਦਾ ਆ। ਸੋ ਬੀ ਗੁੱਡ, ਬੀ ਨਾਈਸ, ਬਟ ਨੋਟ ਐਟ ਦ ਕੋਸਟ ਕਿ ਕੋਈ ਤੁਹਾਨੂੰ ਮਿਸਯੂਜ਼ ਕਰ ਜਾਵੇ। ਬਾਕੀ ਆਪਣਾ ਬਿਹੇਵੀਅਰ ਬਦਲ ਲੈਣਾ ਇਹ ਤਾਂ ਸਾਡੇ ਵੱਸ ਦੇ ਵਿੱਚ ਹੈ ਹੀ ਨਹੀਂ, ਇਹ ਤਾਂ ਹੈ ਹੀ ਪਰਮਾਤਮਾ ਦੇ ਵੱਸ। ਸੋ ਹਰ ਰੋਜ਼ ਆਪਣਾ ਪਾਠ ਤੁਸੀਂ ਬਿਲਕੁਲ ਨਾ ਤਿਆਗੋ, ਪਰਮਾਤਮਾ ਦਾ ਨਾਮ ਜਿਸ ਵੀ ਢੰਗ 'ਚ ਤੁਸੀਂ ਲੈਂਦੇ ਹੋ ਕਦੇ ਨਾ ਤਿਆਗੋ, ਕਿਉਂਕਿ ਉਹ ਨਾਮ ਹੀ ਆ ਜਿਹੜਾ ਤੁਹਾਨੂੰ ਸੈਂਸਿਟਿਵ ਹੋਣ ਦੇ ਬਾਵਜੂਦ ਇੰਨਾ ਸਟਰੋਂਗ ਬਣਾਏਗਾ ਕਿ ਤੁਹਾਨੂੰ ਕੋਈ ਯੂਜ਼ ਨਾ ਕਰ ਸਕੇ। ਅਸੀਂ ਕਦੇ ਵੀ ਇੰਨੀ ਸਿਆਣਪ ਗੇਨ ਹੀ ਨਹੀਂ ਕਰ ਸਕਦੇ ਕਿ ਸਾਨੂੰ ਕੋਈ ਬੇਵਕੂਫ ਨਾ ਬਣਾ ਸਕੇ, ਪਰ ਉਹ ਇੱਕ ਪਰਮਾਤਮਾ ਦਾ ਨਾਮ ਆ ਜਿਹੜਾ ਸਾਨੂੰ ਨਿਡਰ ਹੋ ਕੇ, ਬਿੰਦਾਸ ਹੋ ਕੇ ਜੀਣ ਦੇ ਵਿੱਚ ਸਹਾਈ ਹੋਏਗਾ। ਸੋ ਉਹ ਜਿਹੜਾ ਪਰਸਨਲ ਟਾਈਮ ਤੁਸੀਂ ਰੱਖਿਆ ਪਰਮਾਤਮਾ ਦਾ ਨਾਮ ਲੈਣ ਵਾਸਤੇ, ਆਪਣੀ ਬਾਡੀ ਨੂੰ ਰਿਸਪੈਕਟ ਦੇਣ ਵਾਸਤੇ, ਆਪਣੀ ਕੇਅਰ ਕਰਨ ਵਾਸਤੇ, ਉਹਦੇ 'ਚੋਂ ਕਦੇ ਕਿਸੇ ਨੂੰ ਟਾਈਮ ਨਹੀਂ ਦੇਣਾ ਹੈਗਾ। ਗॉड ਬਲੈਸ ਯੂ एवरीवन ਐਂਡ ਟੇਕ ਕੇਅਰ ਆਫ योर ਹੈਲਥ।